ਹਾਰਦਿਕ ਸਵਾਗਤ। ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮਾਂ ਬੋਲੀ ਦਿਵਸ ਦੀ ਜਾਂ ਮਾਤ ਭਾਸ਼ਾ ਦਿਵਸ ਦੀ ਗੱਲ ਕਰਾਂਗੇ ਅੱਜ। ਔਰ ਤੁਹਾਨੂੰ ਪਤਾ ਹੈ ਕਿ ਸਿੱਖ ਚੈਨਲ ਔਰ ਪੰਜਾਬੀ ਵਿਕਾਸ ਮੰਚ ਅਸੀਂ ਰਲ ਕੇ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਕਿ ਸਾਡੀ ਮਾਂ ਬੋਲੀ ਨੂੰ ਸਮਰਪਿਤ ਹੈ ਔਰ ਸਾਰਾ ਹਫਤਾ ਹੀ ਅੰਤਰਰਾਸ਼ਟਰੀ ਪੰਜਾਬੀ ਹਫਤੇ ਦੇ ਤੌਰ ਤੇ ਉੱਤੇ ਅਸੀਂ ਮਨਾ ਰਹੇ ਹਾਂ। ਤੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਦੁਨੀਆ ਦੇ ਹਰ ਵਰਗ ਦਾ ਆਪਣਾ ਆਪਣਾ ਦਿਨ ਹੁੰਦਾ ਹੈ। ਬਹੁਤ ਸਾਰੇ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਆਪਣੇ ਆਪਣੇ ਦਿਨ ਹੁੰਦੇ ਨੇ, ਪਰ ਸਾਨੂੰ ਬੜੀ ਖੁਸ਼ੀ ਹੈ ਕਿ ਏਸ਼ੀਆਈ ਮੂਲ ਦੇ ਲੋਕਾਂ ਦਾ ਇੱਕ ਸਾਂਝਾ ਦਿਨ ਹੈ ਜਿਸ ਨੂੰ ਅਸੀਂ ਮਾਂ ਬੋਲੀ ਦਿਵਸ ਕਹਿ ਸਕਦੇ ਹਾਂ, ਕਿਉਂਕਿ ਪੰਜਾਬੀ ਇਸ ਵੇਲੇ ਦੁਨੀਆ ਦੇ ਸਾਰੇ ਕੋਨਿਆਂ ਵਿੱਚ ਜਾ ਕੇ ਵਸੇ ਹੋਏ ਨੇ। ਤੇ ਜਿਵੇਂ ਅਸੀਂ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵਿੱਚ ਵੀ ਸਾਡੀ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈ ਉਹ ਪੰਜਾਬੀ ਬੋਲਦੇ ਨੇ। ਔਰ ਇਹਨਾਂ ਹੀ ਪ੍ਰੋਗਰਾਮਾਂ ਦੇ ਦੌਰਾਨ ਸਾਨੂੰ ਬਹੁਤ ਸਾਰੇ ਵਿਦਵਾਨਾਂ ਦਾ ਸਹਿਯੋਗ, ਉਹਨਾਂ ਦਾ ਪਿਆਰ ਮਿਲ ਰਿਹਾ ਹੈ। ਤੇ ਅੱਜ ਸਾਡੇ ਨਾਲ ਜੁੜੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਅਰਵਿੰਦ ਜੀ। ਅਰਵਿੰਦ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜਿੰਦਰ ਜੀ। ਬਹੁਤ ਸਮਾਂ ਤੁਸੀਂ ਕੱਢਿਆ ਕੀਮਤੀ ਆਪਣੇ ਰੁਝੇਵਿਆਂ ਵਿੱਚੋਂ, ਤੇ ਬਹੁਤ ਖੁਸ਼ੀ ਦੀ ਗੱਲ ਹੈ। ਸ਼ੁਰੂਆਤ ਵਿੱਚ ਪ੍ਰੋਫੈਸਰ ਤੁਹਾਡੀ ਜਿਹੜੀ ਜ਼ਿੰਦਗੀ ਆ, ਤੁਹਾਡੀ ਨਿੱਜੀ ਜ਼ਿੰਦਗੀ ਹੈ, ਸਾਨੂੰ ਥੋੜ੍ਹੇ ਜਿਹੇ ਆਪਣੇ ਦਰਸ਼ਕਾਂ ਨਾਲ ਸਾਡੀ ਆਪਣੀ ਜ਼ਿੰਦਗੀ ਦੀ ਸਾਂਝ ਪਾਓ। ਜੋ ਤੁਹਾਡਾ ਬਚਪਨ ਜਾਂ ਜਿਹੜੀ ਮੁੱਢਲੀ ਵਿੱਦਿਆ ਤੇ ਅਗਲੀ ਜਿਹੜੀ ਵਿੱਦਿਆ ਤੁਸੀਂ ਕਿੱਥੇ ਤੱਕ ਪਹੁੰਚ ਕੀਤੀ ਜੀ। ਹਾਂਜੀ, ਮੈਂ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਚੋਂ ਕੀਤੀ। ਉਸ ਤੋਂ ਬਾਅਦ ਸਾਡੇ ਸਰਕਾਰੀ ਹਾਈ ਸਕੂਲ, ਪਿੰਡ ਦੇ ਹਾਈ ਸਕੂਲ ਚੋਂ 10ਵੀਂ ਕੀਤੀ ਪੰਜਾਬੀ ਮੀਡੀਅਮ 'ਚ। ਫਿਰ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ 12ਵੀਂ ਕੀਤੀ। ਉਦੋਂ ਉਹਨੂੰ ਪ੍ਰੀ ਇੰਜੀਨੀਅਰਿੰਗ, ਪ੍ਰੀ ਮੈਡੀਕਲ ਵਗੈਰਾ ਕਹਿੰਦੇ ਹੁੰਦੇ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਿਜ਼ਿਕਸ 'ਚ BSc ਆਨਰਸ ਕੀਤੀ। ਫਿਰ ਮੈਂ IIT ਕਾਨਪੁਰ ਚਲਾ ਗਿਆ ਮਾਸਟਰਸ ਆਪਣੀ MSc ਕਰਨ ਵਾਸਤੇ। ਉੱਥੋਂ ਮੈਂ ਗਿਆ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੋਰ, ਉੱਥੋਂ ਮੈਂ PhD ਕੀਤੀ। ਫਿਰ ਮੈਂ ਵੱਖ-ਵੱਖ ਥਾਵਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਾਰਨੇਗੀ ਮੈਲਨ ਯੂਨੀਵਰਸਿਟੀ, ਪਿਟਸਬਰਗ, IIT ਮਦਰਾਸ, ਇੱਥੇ ਬਤੌਰ ਫੈਕਲਟੀ ਕੰਮ ਕੀਤਾ। ਤੇ 2007 'ਚ ਮੈਂ ਆ ਗਿਆ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ, ਜਿਹੜੀ ਕਿ ਸ਼ੁਰੂ ਹੋਈ 2007 ਵਿੱਚ। ਉਹ ਮੈਂ ਉਹਦਾ ਸਭ ਤੋਂ ਪਹਿਲਾ ਫੈਕਲਟੀ ਸਾਂ ਔਰ ਅਸੀਂ ਉਹਨੂੰ ਸਥਾਪਿਤ ਕੀਤਾ 2007 ਤੋਂ ਬਾਅਦ। ਤੇ ਹੁਣ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬਤੌਰ ਵਾਈਸ ਚਾਂਸਲਰ ਕੰਮ ਕਰਦਾ। ਪ੍ਰੋਫੈਸਰ, ਤੁਹਾਡੀ ਹਾਲ ਹੀ ਵਿੱਚ ਇਹ ਜਿਹੜੀ ਨਿਯੁਕਤੀ ਹੋਈ ਹੈ, ਜਦੋਂ ਤੁਹਾਨੂੰ ਇਹ ਖਬਰ ਮਿਲੀ ਤਾਂ ਤੁਸੀਂ ਇਹਦੇ ਬਾਰੇ ਕੀ ਮਹਿਸੂਸ ਕੀਤਾ ਜੀ? ਦੇਖੋ, ਗੱਲ ਇਹ ਹੈ ਕਿ ਮੈਂ ਕਿਉਂਕਿ ਨੈਸ਼ਨਲ ਲੈਬਸ, IIT, ਆਈਜ਼ਰ, ਉਹਨਾਂ ਸੰਸਥਾਵਾਂ 'ਚ ਕੰਮ ਕਰਦਾ ਸਾਂ ਤੇ ਪੰਜਾਬ ਦੀਆਂ ਸਟੇਟ ਯੂਨੀਵਰਸਿਟੀਆਂ ਨਾਲ ਮੇਰਾ ਕੋਈ ਬਹੁਤਾ ਲੈਣ ਦੇਣ ਨਹੀਂ ਸੀ ਹੈਗਾ। ਤੇ ਪੰਜਾਬੀ ਯੂਨੀਵਰਸਿਟੀ ਇੱਕ ਕ੍ਰਾਈਸਿਸ ਦੇ ਦੌਰ ਚੋਂ ਗੁਜ਼ਰ ਰਹੀ ਸੀ। ਉਸ ਸਮੇਂ ਤੇ ਹੀ ਮੈਨੂੰ ਨੋਮੀਨੇਟ ਕੀਤਾ ਗਿਆ। ਤੇ ਇਹ ਜਿਹੜਾ ਚੈਲੰਜ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਦੁਬਾਰਾ ਕਿਵੇਂ ਖੜਾ ਕਰਨਾ ਹੈ, ਇਹ ਮੈਨੂੰ ਲੱਗਾ ਕਿ ਕੰਮ ਕੋਈ ਹੈ ਜਿਹੜਾ ਟੇਕਅਪ ਕੀਤਾ ਜਾ ਸਕਦਾ ਹੈ। ਸੋ ਜਦੋਂ ਮੈਨੂੰ ਇਸ ਕੰਮ ਲਈ ਕਿਹਾ ਗਿਆ ਤੇ ਮੈਂ ਤੇ ਇੱਕ ਛੋਟਾ ਜਿਹਾ ਬੈਗ ਲੈ ਕੇ ਆਇਆ ਸਾਂ ਕਿ ਪਹਿਲੇ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਰਲ ਕੇ ਇਹਨੂੰ, ਪੰਜਾਬੀ ਸਰਕਾਰ, ਐਕੈਡਮੀਸ਼ੀਅਨਸ, ਮੈਂ ਵੀ ਜ਼ੋਰ ਲਗਾਵਾਂਗਾ। ਤੇ ਮੈਂ ਆਪਣੇ ਆਪ ਨੂੰ ਵੀ ਟੈਸਟ ਕਰਨ ਆਇਆ ਸਾਂ ਕਿ ਭਲਾ ਮੈਂ ਇਹ ਜਿਹੜਾ ਚੈਲੰਜ ਕਬੂਲ ਕਰ ਸਕਦਾ। ਤੇ ਹੁਣ ਤੁਹਾਨੂੰ ਆ ਕੇ, ਵੈਸੇ ਤੁਸੀਂ ਹੁਣ ਸਮਾਂ ਹੋ ਗਿਆ ਤੁਹਾਨੂੰ ਥੋੜਾ ਜਿਹਾ, ਹਲੇ ਸੈਟਲ ਹੋ ਗਏ ਹੋ, ਹਲੇ ਸਮਾਂ ਲੱਗੇਗਾ, ਕੀ ਮਹਿਸੂਸ ਕਰਦੇ ਆ ਇਸ ਵੇਲੇ? ਦੇਖੋ ਜੀ, ਮੈਂ ਮਹਿਸੂਸ ਕਰਦਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਬਹੁਤ ਅਹਿਮ ਅਦਾਰਾ ਹੈ ਜੀ। 60 ਸਾਲ ਪੁਰਾਣੀ ਯੂਨੀਵਰਸਿਟੀ ਹੈ ਜਿਨੇ ਵੱਖ-ਵੱਖ ਵਿਸ਼ਿਆਂ ਤੇ ਖਾਸ ਕਰਕੇ ਪੰਜਾਬੀ ਨੂੰ ਅੱਗੇ ਲਿਆਉਣ ਲਈ ਵੱਡੇ ਕੰਮ ਕੀਤੇ ਹਨ। ਔਰ ਪਿਛਲੇ 10-12 ਸਾਲ ਤੋਂ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਦੀ ਆ ਰਹੀ ਹੈ। ਪਰ ਇਹਨੂੰ ਵੱਡੀ ਸੰਸਥਾ ਦੇ ਰੂਪ 'ਚ ਵਿਸ਼ਵ ਵਿੱਚ ਪੰਜਾਬੀਆਂ ਦੀ ਆਪਣੀ ਯੂਨੀਵਰਸਿਟੀ ਦੇ ਰੂਪ 'ਚ ਉਭਾਰਿਆ ਜਾ ਸਕਦਾ ਹੈ। ਇਹਨੂੰ ਇਸ ਕ੍ਰਾਈਸਿਸ 'ਚੋਂ ਕੱਢਿਆ ਜਾ ਸਕਦਾ। ਮੈਂ ਨਹੀਂ ਕਹਿੰਦਾ ਕਿ ਨਿਕਲ ਜਾਏਗੀ, ਪਰ ਵਿਗਿਆਨੀ ਦੇ ਤੌਰ ਤੇ ਮੇਰੀ ਵਿਗਿਆਨਕ ਜਿਹੜਾ ਵਿਸ਼ਲੇਸ਼ਣ ਦੇ ਆਧਾਰ ਤੇ ਮੈਂ ਕਹਿ ਸਕਦਾ ਕਿ ਇਹੋ ਜਿਹਾ ਕੰਮ ਨਹੀਂ ਵੀ ਇਹ ਹੋ ਨਹੀਂ ਸਕਦਾ। ਜੇ ਅਸੀਂ ਚਾਹੀਏ ਇਹ ਹੋ ਸਕਦਾ। ਪ੍ਰੋਫੈਸਰ, ਤੁਸੀਂ ਬੜੇ ਆਸ਼ਾਵਾਦੀ ਹੋ, ਸਾਨੂੰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ। ਔਰ ਦੂਜੀ ਗੱਲ, ਅਸੀਂ ਦੇਖਦੇ ਹਾਂ ਕਿ ਦੁਨੀਆ ਦੀ ਜਿਹੜੀ ਹਰ ਇਸ ਵੇਲੇ ਵੱਡੀ ਤੋਂ ਵੱਡੀ ਜਿਹੜੀ ਸੰਸਥਾ ਹੈਗੀ ਆ, ਉਹਨਾਂ ਨੂੰ ਵੀ ਬਹੁਤ ਸਾਰੇ ਜਿਹੜੇ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੀਆਂ ਚੁਣੌਤੀਆਂ ਆ ਰਹੀਆਂ ਨੇ। ਆਪਾਂ ਜਿਵੇਂ ਕਿ ਪਤਾ ਹੈ ਕਿ ਇੱਕ ਖਾਸ ਦਿਨ ਵਾਸਤੇ ਆਪਾਂ ਇਕੱਠੇ ਹੋਏ ਹਾਂ, ਸ਼ੁਰੂਆਤ ਹੋਈ ਹੈ ਸਾਡੀ ਇਹ ਗੱਲਬਾਤ ਦੀ। ਤੁਸੀਂ ਸਾਡੇ ਵਿਹੜੇ ਆਏ ਹੋ, ਬਹੁਤ ਖੁਸ਼ੀ ਦੀ ਗੱਲ ਹੈ। ਜੋ ਅਸੀਂ ਮਾਤ ਭਾਸ਼ਾ ਦਿਵਸ ਦੀ ਗੱਲ ਕਰਦੇ ਹਾਂ, ਤੁਸੀਂ ਉਹਦੇ ਥੋੜ੍ਹੇ ਇਤਿਹਾਸ ਬਾਰੇ ਤੁਹਾਡੀ, ਕਿਉਂਕਿ ਤੁਹਾਡਾ ਪੰਜਾਬੀ ਦੇ ਨਾਲ ਬਹੁਤ ਗੂੜਾ ਪਿਆਰ ਹੈ, ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਦੱਸੋ ਕਿ ਇਹ ਜਿਹੜਾ ਮਾਤ ਭਾਸ਼ਾ ਦਿਵਸ ਹੈ ਇਹਦਾ ਕੀ ਇਤਿਹਾਸ ਹੈ,
ਤਾਂ ਜਾਂ ਇਹਦੀ ਕੀ ਅਹਿਮੀਅਤ ਹੈਗੀ ਹੈ? ਚਲੋ ਇਹਦੇ ਨਾਲੋਂ ਮੈਂ ਤੁਹਾਨੂੰ ਇਹ ਦੱਸਦਾ ਕਿ ਪੰਜਾਬੀ ਯੂਨੀਵਰਸਿਟੀ ਵਾਸਤੇ ਇੱਕ ਬਹੁਤ ਅਹਿਮ ਦਿਨ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਪ੍ਰਣਾਈ ਹੋਈ ਹੈ ਤੇ ਹੂੰ, ਜਿਹੜੀ ਆਪਣੀ ਬੋਲੀ, ਜਿਨ੍ਹਾਂ ਦੀ ਬੋਲੀ ਪੰਜਾਬੀ ਹੈ, ਤੇ ਉਹਨਾਂ ਦਾ ਤੇ ਸਭ ਤੋਂ ਪ੍ਰਮੁੱਖ ਅਦਾਰਾ ਪੰਜਾਬੀ ਯੂਨੀਵਰਸਿਟੀ ਹੈ। ਤੋ ਇਸ ਹੂੰ, ਕਰਕੇ ਇਸ ਦਿਵਸ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਕੋਈ ਨਾ ਕੋਈ ਨਵੇਂ ਕੰਮ ਕਰਦੀ ਹੈ। ਇਹਨੂੰ ਕੰਮ ਨੂੰ ਵੀ ਅਸੀਂ ਅੱਗੇ ਵਧਾ ਰਹੇ ਹਾਂ। ਸੋ ਹੂੰ, ਇਸ ਵਾਰ ਇਸ ਦਿਵਸ ਤੇ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਕੁਝ, ਸਾਡਾ ਇੱਕ ਅਸੀਂ ਮੋਟੋ ਦਿੱਤਾ ਹੈ ਕਿ ਪੰਜਾਬੀ ਨੂੰ ਸਮੇਂ ਦੇ ਹਾਣਗੀ ਬਣਾਉਣਾ। ਜੀ। ਕਿ ਮੈਂ 6 ਮਹੀਨੇ ਪਹਿਲੇ ਇਹ ਗੱਲ ਸ਼ੁਰੂ ਕਰ ਲਈ ਸੀ, ਜੇ ਅਸੀਂ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਕਿਵੇਂ ਬਣਾਉਣਾ ਹੈ, ਇਸੇ ਤੇ ਹੀ ਅਸੀਂ ਮਾਤ ਭਾਸ਼ਾ ਦਿਵਸ ਤੇ ਵੀ ਗੱਲ ਕਰਾਂਗੇ ਤੇ ਹੂੰ, ਫਿਰ ਅਸੀਂ 1 ਸਾਲ ਬਾਅਦ ਫਿਰ ਇਹਦਾ ਲੇਖਾ ਜੋਖਾ ਕਰਾਂਗੇ ਕਿ ਮਾਤ ਭਾਸ਼ਾ ਦਿਵਸ ਤੋਂ ਮਾਤ ਭਾਸ਼ਾ ਦਿਵਸ ਤੱਕ ਅਸੀਂ ਕੀ ਕੀਤਾ। ਠੀਕ ਸੋ ਹੈ। ਐਤਕੀ 21 ਤਰੀਕ ਨੂੰ ਅਸੀਂ ਕੁਝ ਕੰਮ ਕਰ ਰਹੇ ਹਾਂ, ਉਹਨਾਂ ਬਾਰੇ ਦੱਸਣਾ ਚਾਹਾਂਗਾ। ਇੱਕ ਤੇ ਸਾਡਾ ਬਹੁਤ ਅੱਛਾ ਸੌਫਟਵੇਅਰ ਹੈ ਅੱਖਰ, ਹੂੰ, ਉਹਨੂੰ ਅਸੀਂ ਲਾਂਚ ਕਰ ਰਹੇ ਹਾਂ ਫਾਰਮਲੀ, ਹੂੰ, ਤੇ ਪੰਜਾਬ ਸਰਕਾਰ ਵੀ ਉਹਨੂੰ ਅਪਣਾ ਰਹੀ ਹੈ ਤਾਂ ਕਿ ਪੰਜਾਬੀ ਨੇ ਜੇ ਅੱਗੇ ਆਉਣਾ ਹੈ ਤੇ ਉਹਨੂੰ ਕੰਪਿਊਟਰ ਨਾਲ, ਮੋਬਾਈਲ ਫੋਨ ਨਾਲ ਬੜੇ ਸੌਖੇ ਤਰੀਕੇ ਨਾਲ ਨਵੀਂ ਜ਼ਮਾਨੇ ਦੀਆਂ ਜਿਹੜੀਆਂ ਤਕਨੀਕਾਂ ਨੇ ਉਹਨਾਂ ਨਾਲ ਜੁੜਨਾ ਪਏਗਾ। ਇੱਕ ਅਸੀਂ ਇਹ ਹੂੰ, ਕੰਮ ਕਰ ਰਹੇ ਹਾਂ ਉਸ ਦਿਨ। ਦੂਸਰਾ ਇਹ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਪੰਜਾਬੀ ਨੂੰ ਬੋਲਣ ਵਾਲੇ ਲੋਕ, ਉਹ ਲੋਕ ਜਿਨ੍ਹਾਂ ਦੀ ਬੋਲੀ ਪੰਜਾਬੀ ਹੈ, ਉਹਨਾਂ ਚੋਂ 2/3 ਪਾਕਿਸਤਾਨ 'ਚ ਨੇ, 1/3 ਇੱਧਰ ਨੇ ਤੇ ਬਾਕੀ ਦੁਨੀਆ 'ਚ ਫੈਲੇ ਹੋਏ ਨੇ। ਸੋ ਹੂੰ, ਅਸੀਂ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ, ਹੂੰ, ਜਿਹਨੂੰ ਕਹਿੰਦੇ ਆਟੋ ਲਿਪਿਆਂਤਰ ਦਾ ਇੱਕ ਸੌਫਟਵੇਅਰ ਤਿਆਰ ਕੀਤਾ ਹੈ। ਉਹਦੀ ਹੂੰ, ਅਸੀਂ ਡੈਮੋਨਸਟ੍ਰੇਸ਼ਨ ਦਿਆਂਗੇ 21 ਤਰੀਕ ਨੂੰ ਲਾਈਵ। ਭਾਈ ਵੀਰ ਸਿੰਘ ਜੀ ਦੀ ਇੱਕ ਬਹੁਤ ਵਧੀਆ ਕਵਿਤਾ ਹੈ, ਉਹ ਅਸੀਂ ਸਭ ਦੇ ਸਾਹਮਣੇ ਟਰਾਂਸਲੇਟ ਕਰਾਂਗੇ ਤੇ ਫਿਰ ਅਸੀਂ 160 ਉਹਨਾਂ ਦੀਆਂ ਕਵਿਤਾਵਾਂ ਸ਼ਾਹਮੁਖੀ 'ਚ ਛਾਪ ਕੇ ਤੇ ਉਹਦੀ ਕਿਤਾਬ ਪਬਲਿਸ਼ ਕਰਾਂਗੇ, ਜਿਹੜੀ ਕਿ ਦੁਨੀਆ ਸਾਰੀ 'ਚ ਅਸੀਂ ਲਾਂਚ ਕਰਾਂਗੇ। ਤੇ ਉਸ ਹੂੰ, ਤੋਂ ਬਾਅਦ ਅਸੀਂ 100 ਕਿਤਾਬਾਂ ਦਾ ਲਿਪਿਅੰਤਰ ਮਸ਼ੀਨ ਨਾਲ ਕਰਾਂਗੇ ਤੇ 100 ਕਿਤਾਬਾਂ ਦਾ ਪੈਕੇਜ ਦਿਆਂਗੇ ਪੰਜਾਬੀ ਕਮਿਊਨਿਟੀ ਨੂੰ, ਜਿਹੜਾ ਗੁਰਮੁਖੀ ਸ਼ਾਹਮੁਖੀ ਦੋਵਾਂ 'ਚ ਹੋਏ। ਇਹ ਕੰਮ ਹੂੰ, ਅਸੀਂ 21 ਤਰੀਕ ਨੂੰ ਲਾਂਚ ਕਰਨ ਜਾ ਰਹੇ ਹਾਂ। ਹੂੰ, ਤੇ ਇੱਕ ਅਸੀਂ ਜਿਹੜਾ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ, ਜਿਹੜਾ ਪੰਜਾਬੀ ਯੂਨੀਵਰਸਿਟੀ ਪਹਿਲੇ ਕਰਦੀ ਸੀ ਤੇ ਹੁਣ ਕਰਨੋਂ ਹਟ ਗਈ ਹੈ, ਕਿ ਹੂੰ, ਸਾਰੇ ਵਿਸ਼ੇ, ਗਿਆਨ ਹੂੰ, ਵਿਗਿਆਨ ਦੇ ਸਾਰੇ ਵਿਸ਼ਿਆਂ 'ਚ ਪੰਜਾਬੀ 'ਚ ਕੰਮ ਹੋਵੇ। ਭਾਵੇਂ ਹੂੰ, ਉਹ ਵਕਾਲਤ ਹੋਵੇ, ਭਾਵੇਂ ਉਹ ਡਾਕਟਰੀ ਹੋਵੇ, ਭਾਵੇਂ ਉਹ ਫਿਜ਼ਿਕਸ ਹੋਵੇ, ਭਾਵੇਂ ਉਹ ਇੰਜੀਨੀਅਰਿੰਗ ਹੋਵੇ। ਹੌਲੀ ਹੌਲੀ ਅਸੀਂ ਇੱਧਰ ਨੂੰ ਵਧੀਏ ਕਿ ਅਸੀਂ ਹਰ ਵਿਸ਼ੇ ਤੇ ਪੰਜਾਬੀ 'ਚ ਗੱਲਬਾਤ ਕਰ ਸਕੀਏ ਔਰ ਹਰ ਵਿਸ਼ੇ, ਹਰ ਅਕੈਡਮਿਕ ਡਿਸਿਪਲਿਨ ਨੂੰ ਪੰਜਾਬੀ 'ਚ ਲੋੜ ਪੈਣ ਤੇ ਅਸੀਂ ਪੰਜਾਬੀ ਨੂੰ ਉਹਦੇ ਨਾਲ ਜੋੜੀਏ। ਇੱਕ ਅਸੀਂ ਇਹ ਹੂੰ, ਨਾਲ ਅਹਿਦ ਲੈ। ਜੀ। ਪ੍ਰੋਫੈਸਰ ਸਾਹਿਬ, ਇਹਦੇ ਨਾਲ ਹੀ ਇੱਕ ਅਗਲਾ ਹਫਤਾ ਹੈ, 28 ਜੀ। ਤਰੀਕ ਨੂੰ ਭਾਰਤ ਵਿੱਚ ਨੈਸ਼ਨਲ ਸਾਇੰਸ ਡੇ ਹੁੰਦਾ ਹੈ ਤੇ 22 ਹੂੰ, ਤੋਂ 28 ਨੂੰ ਅਸੀਂ ਇੱਕ ਹਫਤਾ ਬਣਾ ਰਹੇ ਹਾਂ ਤੇ ਹੂੰ, ਉਹਨੂੰ ਵੀ ਅਸੀਂ ਐਤਕੀ ਅਸੀਂ ਪੰਜਾਬੀ ਨੂੰ ਡੈਡੀਕੇਟ ਕਰ ਰਹੇ ਹਾਂ ਕਿ ਅਸੀਂ ਸਾਇੰਸ ਨੂੰ ਪੰਜਾਬੀ ਨਾਲ ਜੋੜ ਕੇ ਉਹ ਹਫਤਾ ਮਨਾਵਾਂਗੇ। ਹੂੰ। ਠੀਕ ਹੈ ਜੀ, ਉਹ ਗਤੀਵਿਧੀਆਂ ਤੁਹਾਡੀਆਂ ਅਸੀਂ ਸਾਂਝੀਆਂ ਕਰਦੇ ਰਵਾਂਗੇ ਤੇ ਇਹ ਜਿਹੜੀ ਤੁਸੀਂ ਡੈਮੋਨਸਟ੍ਰੇਸ਼ਨ ਕਰ ਰਹੇ ਹੋ ਅੱਖਰ ਦੀ, ਇਹ ਅੱਖਰ ਹਲੇ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਹੋਵੇਗਾ ਕਿ ਇਸ ਨੂੰ ਤੁਸੀਂ ਹੋਰ ਯੂਨੀਵਰਸਿਟੀਆਂ ਵਿੱਚ ਜਾਂ ਪੰਜਾਬ ਦੇ ਕਾਲਜਾਂ ਤੱਕ ਵੀ ਇਸ ਨੂੰ ਲੈ ਕੇ ਜਾਓਗੇ? ਉਹ ਕਿਵੇਂ ਲੈ ਕੇ ਜਾਓਗੇ, ਥੋੜਾ ਕੋਈ ਆਈਡੀਆ ਦੇ ਸਕਦੇ ਹੋ ਥੋੜਾ ਜਿਹਾ? ਹਾਂਜੀ, ਅਸੀਂ ਇੱਕ ਤੇ ਇਹਨੂੰ ਆਪਣੀ ਸਾਰੀਆਂ ਪਹਿਲਾਂ ਤਾਂ ਯੂਨੀਵਰਸਿਟੀ 'ਚ ਲਾਗੂ ਕਰਕੇ ਇਹਨੂੰ ਆਪਣੇ ਨਾਲ ਜਿਹੜੀਆਂ ਐਸੋਸੀਏਟਿਡ ਸਾਰੀਆਂ ਸੰਸਥਾਵਾਂ 'ਚ ਲੈ ਕੇ ਜਾਵਾਂਗੇ। ਹੂੰ, ਪੰਜਾਬ ਸਰਕਾਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਪੰਜਾਬ ਸਰਕਾਰ ਨੇ ਅੱਖਰ ਸਾਫਟਵੇਅਰ ਨੂੰ ਆਫੀਸ਼ੀਅਲੀ ਅਪਣਾ ਲੈਣਾ ਹੈ। ਫਿਰ ਅਸੀਂ ਹੂੰ, ਉਹਦੀਆਂ ਵਰਕਸ਼ਾਪਾਂ ਲਾਵਾਂਗੇ ਤਾਂ ਕਿ ਇੱਕ ਯੂਨੀਫਾਰਮ ਕਿਸਮ ਦਾ ਪਲੇਟਫਾਰਮ ਬਣ ਜੇ, ਕਿਉਂਕਿ ਯੂਨੀਕੋਡ ਬੇਸਡ ਹੈ ਤੇ ਯੂਨੀਕੋਡ ਬੇਸਡ ਫੌਂਟ ਜਦੋਂ ਸਾਹਮਣੇ ਆ ਜਾਣਗੇ ਤੇ ਪੰਜਾਬੀ 'ਚ ਸਾਰੇ ਕੰਪਿਊਟਰ ਨਾਲ ਰਿਲੇਟਡ ਕੰਮ ਕਰਨੇ ਬਹੁਤ ਆਸਾਨ ਹੋ ਜਾਣਗੇ। ਹੂੰ। ਨਹੀਂ, ਦੇਖੋ ਅਸੀਂ ਵੀ ਜਿਵੇਂ ਕਿ ਪੰਜਾਬੀ ਵਿਕਾਸ ਮੰਚ ਦੀ ਗੱਲ ਕੀਤੀ ਹੈ, ਉਹ ਬਰਤਾਨੀਆ ਦੇ ਵਿੱਚ ਜੋ ਪੰਜਾਬੀ ਦਾ ਸੀਡੈਕ ਨੇ ਜੋ ਤਿਆਰ ਕੀਤਾ ਸੀ ਖਾਕਾ, ਉਹਦੇ ਆਧਾਰ ਦੇ ਉੱਤੇ ਕੀਬੋਰਡ ਬਣ ਚੁੱਕਾ ਹੈ ਤੇ ਉਹਦੀ ਅਸੀਂ ਪਿਛਲੇ 3-4 ਸਾਲ ਤੋਂ ਜਿਹੜੀ ਹੈਗੀ ਆ ਸੈਮੀਨਾਰ ਦੇ ਰਹੇ ਹੈਗੇ ਆ। ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਪੰਜਾਬੀ ਯੂਨੀਕੋਡ ਹੈ, ਇਹ ਹੀ ਪੰਜਾਬੀ ਦਾ ਜੇ ਕਹਿ ਦਈਏ ਮਿਆਰੀਕਰਨ ਜਾਂ ਇਹੀ ਮਿਆਰੀ ਰਹੇਗਾ। ਅਸੀਂ ਵੀ ਯੂਨੀਕੋਡ ਨੂੰ ਬੇਸ ਮੰਨ ਕੇ ਹੀ ਇਹ ਸੌਫਟਵੇਅਰ ਬਣਿਆ ਹੈ, ਯੂਨੀਕੋਡ ਨਾਲ ਕੰਪੈਟੀਬਲ। ਤੇ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਆ ਟਰਾਂਸਲੇਸ਼ਨ ਦੀ, ਪਰ ਸਭ ਅਸੀਂ ਇਹ ਸੋਚਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰਾਂਸਲੇਸ਼ਨ ਤਾਂ ਕਾਫੀ ਹੋ ਜਾਵੇਗੀ। ਕਿ ਸਾਡੇ ਕੋਲ ਜਿਹੜੇ ਤੁਹਾਡੀ ਯੂਨੀਵਰਸਿਟੀਆਂ ਦੇ ਵਿਦਵਾਨ ਨੇ, ਉਹ ਵੀ ਆਪਣੇ ਆਪਣੇ ਵਿਸ਼ਿਆਂ ਦੇ ਉੱਤੇ ਨਵੀਆਂ ਕਿਤਾਬਾਂ ਲਿਖਣਗੇ, ਪੰਜਾਬੀ ਦੇ ਵਿੱਚ ਲਿਖਣਗੇ ਬਿਲਕੁਲ ਤਾਂ? ਬਿਲਕੁਲ ਹਾਂ, ਬਿਲਕੁਲ ਹਾਂ, ਬਿਲਕੁਲ ਲਿਖਣਗੇ ਜੀ। ਜੀ। ਅਸੀਂ ਇਹ ਕੰਮ ਪਹਿਲੇ ਹੋਇਆ ਵੀ ਹੈ, ਪਿਛਲੇ 25 ਸਾਲ ਤੋਂ ਬੰਦ ਹੈ। ਇਹਨੂੰ ਹੂੰ, ਅਸੀਂ ਐਤਕੀ ਪੰਜਾਬੀ ਆਪਣੇ ਦਿਵਸ ਤੋਂ ਸ਼ੁਰੂ ਕਰ ਦੇਣਾ। ਵੈਸੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਮੈਂ ਇਹਨੂੰ ਪੰਜਾਬੀ ਦਿਵਸ ਜਾਂ ਆਪਣੀ ਬੋਲੀ ਦਿਵਸ ਕਹਿਣਾ ਚਾਹਾਂਗਾ, ਆਹ, ਕਿਉਂਕਿ ਨਾ ਅਸੀਂ ਇਸ ਅੱਖਰ ਨੂੰ ਜ਼ਿਆਦਾ ਜ਼ੋਰ ਦਿੰਦੇ ਆ, ਮਾਂ ਬੋਲੀ। ਕਿਉਂਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੀ ਮਾਂ ਦੀ ਬੋਲੀ ਕੋਈ ਹੋਰ ਆ, ਪਿਓ ਦੀ ਬੋਲੀ ਕੋਈ ਹੋਰ ਆ, ਔਰ ਉਹ ਕਿਤੇ ਹੋਰ ਜੰਮ ਪਲ ਨੇ।
ਸੋ ਜਿੱਥੇ ਬੰਦਾ ਜੰਮਦਾ ਪਲਦਾ ਹੈ ਉਹੀ ਉਹਦੀ ਬੋਲੀ ਬਣ ਜਾਂਦੀ ਹੈ। ਇਸ ਕਰਕੇ ਸਾਨੂੰ ਇਹਨੂੰ ਆਪਣੀ ਬੋਲੀ ਦਿਵਸ ਕਹਿਣਾ ਚਾਹੀਦਾ ਹੈ। ਸੋ ਐਨੀਵੇ ਉਸ ਗੱਲ ਨੂੰ ਛੱਡੀਏ ਤੇ ਅਸੀਂ ਇਹ ਕਰਾਂਗੇ ਕਿ ਨਵੀਆਂ ਕਿਤਾਬਾਂ, ਮੌਲਿਕ ਕੰਮ ਵੱਖਰੇ ਵੱਖਰੇ ਵਿਸ਼ਿਆਂ ਤੇ ਪੰਜਾਬੀ 'ਚ ਹੋਵੇ। ਇਹਨੂੰ ਇਨਸੈਂਟੀਵਾਈਜ਼ ਵੀ ਕਰਾਂਗੇ, ਇਹਨੂੰ ਦੁਬਾਰਾ ਸ਼ੁਰੂ ਕਰਾਂਗੇ। ਕੰਮ ਥੋੜਾ ਔਖਾ ਹੈ ਕਿਉਂਕਿ ਪਹਿਲੋਂ ਇਸ ਕੰਮ ਲਈ ਸਪੈਸੀਫਿਕ ਗ੍ਰਾਂਟਾਂ ਅਵੇਲੇਬਲ ਸੀ। ਹੁਣ ਉਹ ਸਭ ਫੰਡਿੰਗ ਬੰਦ ਹੋ ਚੁੱਕੀ ਹੈ। ਸਾਨੂੰ ਪੰਜਾਬੀ ਕਮਿਊਨਿਟੀ ਨਾਲ ਗੱਲਬਾਤ ਕਰਨੀ ਪਏਗੀ, ਦੁਨੀਆ ਦੀ ਪੰਜਾਬੀ ਕਮਿਊਨਿਟੀ ਨਾਲ ਗੱਲ ਕਰਨੀ ਪਏਗੀ ਕਿ ਤੁਸੀਂ ਜੇ ਇੱਕ ਮਸ਼ਹੂਰ ਕੰਪਿਊਟਰ ਸਾਇੰਟਿਸਟ ਹੋ ਤੇ ਪੰਜਾਬੀ ਯੂਨੀਵਰਸਿਟੀ ਨੂੰ ਹੈਲਪ ਕਰੋ ਕਿ ਅਸੀਂ ਪਰ ਇਸ ਢੰਗ ਨਾਲ ਇਹਨੂੰ ਕੰਮ ਕਰਨਾ ਪਏਗਾ। ਸਰਕਾਰ ਨੇ ਹੁਣ ਇਸ ਤਰ੍ਹਾਂ ਦਾ ਇਹਨੂੰ ਪੁਸ਼ ਨਹੀਂ ਕਰਨਾ ਕਿਉਂਕਿ ਸਾਡੇ ਦੇਸ਼ 'ਚੋਂ ਪਰੰਪਰਾ ਨੂੰ ਪਿੱਛੇ ਲਿਜਾਣ ਵੱਲ ਜ਼ਿਆਦਾ ਕੰਮ ਹੋ ਰਿਹਾ ਹੈ। ਆਪਣੀਆਂ ਬੋਲੀਆਂ ਦੀ ਬਜਾਏ ਅਸੀਂ ਵੱਧ ਤੋਂ ਵੱਧ ਅੰਗਰੇਜ਼ੀ ਵੱਲ ਜਾ ਰਹੇ ਹਾਂ। ਪ੍ਰੋਫੈਸਰ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਦੇਖਿਆ ਹੋਣਾ, ਜਦੋਂ ਤੁਸੀਂ ਪੜ੍ਹਦੇ ਸੀ ਪੰਜਾਬੀ ਦੇ ਵਿੱਚ, ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਗਿਆਨਕ ਸੱਭਿਆਚਾਰ ਆ ਉਹਦੀ ਸਾਨੂੰ ਇੱਕ ਘਾਟ ਮਹਿਸੂਸ ਹੋ ਰਹੀ ਹੈਗੀ ਆ। ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਕਿਹੜੇ ਕਿਹੜੇ ਉਪਰਾਲੇ ਪੰਜਾਬੀ ਯੂਨੀਵਰਸਿਟੀ ਕਰ ਰਹੀ ਹੈ ਜਾਂ ਹੋਰ ਜਿਹੜੇ ਅਦਾਰੇ ਪੰਜਾਬ ਦੇ ਵਿੱਚ ਸਰਗਰਮ ਹੋਣਗੇ ਇਹਨਾਂ ਕੰਮਾਂ ਵਿੱਚ, ਉਹਨਾਂ ਤੋਂ ਤੁਹਾਨੂੰ ਕੀ ਆਸਾਂ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਪੰਜਾਬ 'ਚ ਵਿਗਿਆਨਕ ਸੋਚ ਨੂੰ ਅੱਗੇ ਵਧਾਉਣ ਦਾ ਕੰਮ ਰੁਚੀ ਰਾਮ ਸਾਹਨੀ ਜੀ ਨੇ ਕੀਤਾ ਬਹੁਤ ਪਹਿਲੇ। ਹਾਂਜੀ। ਔਰ ਉਹ ਪਿੰਡਾਂ 'ਚ, ਸਕੂਲਾਂ 'ਚ, ਕਾਲਜਾਂ 'ਚ ਜਾਂਦੇ ਸੀ। ਹੂੰ। ਹੁਣ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਵਿਗਿਆਨਕ ਸੋਚ ਤੋਂ ਅਸੀਂ ਹੌਲੀ ਹੌਲੀ ਪਰਾਂ ਹੁੰਦੇ ਜਾਂਦੇ ਹਾਂ ਤੇ ਅਸੀਂ ਸਗੋਂ ਕਈ ਉਹੋ ਜਿਹੀਆਂ ਗੱਲਾਂ 'ਚ ਪੈ ਰਹੇ ਹਾਂ ਜਿਹੜੀਆਂ ਕਿ ਬਿਲਕੁਲ ਹੀ ਗਲਤ ਕਿਸਮ ਦੀ ਸੋਚ ਹੈ। ਜਿਵੇਂ ਮੈਂ ਇੱਕ ਤੁਹਾਨੂੰ ਉਦਾਹਰਣ ਦਿੰਦਾ ਕਿ ਪੰਜਾਬੀ ਨਾਲ ਵੀ ਉਹ ਗੱਲ ਜੁੜੀ ਹੋਈ ਹੈ, ਥੋੜੀ ਪਰਸਨਲ ਗੱਲ ਹੈ। ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਕਿਹਾ ਗਿਆ ਕਿ ਜਿਹੜਾ ਖਾਲਸਾ ਕਾਲਜ ਫਾਰ ਵੂਮਨ ਅੰਮ੍ਰਿਤਸਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਇੱਕ ਲੈਕਚਰ ਲੜੀ ਸ਼ੁਰੂ ਕੀਤੀ ਤੇ ਮੈਨੂੰ ਪਹਿਲਾ ਲੈਕਚਰ ਦੇਣ ਲਈ ਬੁਲਾਇਆ। ਮੈਂ ਪਹਿਲੇ ਤੇ ਕਿਹਾ ਵੀ ਮੇਰਾ ਵਿਸ਼ਾ ਨਹੀਂ ਹੈ, ਤੁਸੀਂ ਕੋਈ ਹੋਰ ਬੰਦੇ ਨੂੰ, ਗਲਤ ਬੰਦੇ ਨੂੰ ਤੁਸੀਂ ਬੁਲਾ ਲਿਆ। ਕਹਿੰਦੇ ਨਹੀਂ, ਅਸੀਂ ਤੁਹਾਨੂੰ ਹੀ ਬੁਲਾਉਣਾ ਚਾਹੁੰਦੇ। ਮੈਂ ਕਿਹਾ ਠੀਕ ਹੈ। ਫਿਰ ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਕੀ ਗੱਲ ਕਰਾਂ। ਉਸ ਤੋਂ ਬਾਅਦ ਲੁਧਿਆਣੇ ਇੱਕ ਲੜਕੀਆਂ ਦੇ ਪੇਂਡੂ ਕਾਲਜ 'ਚ ਮੈਂ ਲੈਕਚਰ ਦੇਣਾ ਸੀ ਵਿਗਿਆਨ ਤੇ ਉਹਨਾਂ ਨੇ ਕਿਹਾ ਕਿ ਪੰਜਾਬੀ 'ਚ ਦਿਓ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਪੰਜਾਬੀ 'ਚ ਦੇ ਦਿੰਦਾ। ਤੇ ਮੈਂ ਆਪਣੀ ਪਹਿਲੀ ਜਿਹੜੀ ਸਲਾਈਡ ਸੀ ਉਹਦਾ ਪੰਜਾਬੀ 'ਚ ਉਲੱਥਾ ਕੀਤਾ ਤੇ ਜਦੋਂ ਮੈਂ ਉਲੱਥਾ ਕੀਤਾ ਤੇ ਉਹਦੇ 'ਚ ਵਿਗਿਆਨ ਦੀ ਪਰਿਭਾਸ਼ਾ ਬਣੀ ਕਿ ਵਿਗਿਆਨ ਕੀ ਹੈ? ਤਰਕ ਤੇ ਪ੍ਰਮਾਣ ਦੇ ਆਧਾਰ ਤੇ ਸੱਚ ਦੀ ਖੋਜ। ਤੇ ਮੈਂ ਫਿਰ ਗੁਰੂ ਸਾਹਿਬ ਦੇ 550ਵੇਂ ਲੈਕਚਰ ਦੀ ਲੜੀ ਇੱਥੋਂ ਹੀ ਸ਼ੁਰੂ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕੰਮ ਕੀਤਾ ਕਿ ਉਹ ਤਰਕ ਤੇ ਪ੍ਰਮਾਣ ਦੇ ਆਧਾਰ ਤੇ ਗੱਲ ਕੀਤੀ। ਉਹਨਾਂ ਨੇ ਭਾਵੇਂ ਉਹਨਾਂ ਨੇ ਸਿੱਧ ਜੋਗੀਆਂ ਨਾਲ ਬਹਿਸ ਕੀਤੀ, ਭਾਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੰਮ ਛੱਡੋ ਤੇ ਕਿਸ ਤਰ੍ਹਾਂ ਦੇ ਕੰਮ ਕਰੋ ਤੇ ਕਿਸ ਤਰ੍ਹਾਂ ਦੇ ਕੰਮ ਨਾ ਕਰੋ। ਤੇ ਅਸੀਂ ਮਤਲਬ ਕਰਮਕਾਂਡ 'ਚ ਪੈ ਜਾਂਦੇ ਹਾਂ, ਜਿਹੜਾ ਕਿ ਬਹੁਤ ਪਹਿਲੇ ਤਰਕ ਦੇ ਆਧਾਰ ਤੇ ਗੁਰੂ ਨਾਨਕ ਸਾਹਿਬ ਨੇ ਛੱਡ ਦਿੱਤਾ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਤੇ ਵਿਗਿਆਨਕ ਸੋਚ ਤੋਂ ਬਹੁਤ ਹੀ ਦੂਰ ਜਾ ਰਹੇ ਹਾਂ। ਇਸ ਕਰਕੇ ਬਹੁਤ ਲੋੜ ਹੈ। ਕੁਝ ਲੋਕ ਇਹ ਕੰਮ ਕਰਦੇ ਹੈ, ਮੈਂ ਉਹਨਾਂ ਨਾਲ ਪੂਰਾ ਤੇ ਨਹੀਂ ਕਈ ਵਾਰੀ ਸਹਿਮਤ ਹੁੰਦਾ, ਪਰ ਸਾਡੇ ਕੋਲ ਤਰਕਸ਼ੀਲ ਸੁਸਾਇਟੀ ਹੈ, ਸਾਡੇ ਕੋਲ ਵਿਗਿਆਨ ਮੰਚ ਨੇ, ਉਹਨਾਂ ਨਾਲ ਰਲ ਕੇ ਵੀ ਮੈਂ ਕਈ ਕੰਮ ਕੀਤੇ ਹੈ। ਪਰ ਵਿਗਿਆਨਕ ਸੋਚਣ ਦੇ ਤਰੀਕੇ ਨੂੰ ਪੰਜਾਬ 'ਚ ਅੱਗੇ ਲਿਆਉਣ ਦੀ ਬਹੁਤ ਲੋੜ ਹੈ। ਉਹਨੂੰ ਅਸੀਂ ਗੁਰੂ ਨਾਨਕ ਸਾਹਿਬ ਤੋਂ ਵੀ ਇਹਦੀ ਸੇਧ ਲੈ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਗੁਰੂ ਨਾਨਕ ਸਾਹਿਬ ਨੇ ਸੂਰਜ ਗ੍ਰਹਿਣ ਲੱਗੇ ਦੇ ਵਿੱਚ ਲੰਗਰ ਬਣਾ ਕੇ ਛਕਾਇਆ ਤਾਂ ਕਿ ਲੋਕਾਂ ਦੇ ਮਨ 'ਚੋਂ ਇਹ ਗੱਲ ਨਿਕਲ ਜਾਵੇ ਕਿ ਗ੍ਰਹਿਣ ਦੇ ਸਮੇਂ ਖਾਣ ਪੀਣ ਨਾਲ ਕੋਈ ਅਸਰ ਪੈਂਦਾ। ਮਤਲਬ ਕਿ ਉਹ ਕਰਕੇ ਵੀ ਵਿਖਾਉਂਦੇ ਸੀ। ਸਿਰਫ ਬਾਣੀ ਦੀ ਰਚਨਾ ਤੇ ਬਾਣੀ ਉਹਨਾਂ ਦੀ ਆਪਣੇ ਥਾਂ ਤੇ ਹੈ, ਪਰ ਉਹਨਾਂ ਦਾ ਜਿਹੜਾ ਜੀਵਨ ਹੈ ਕਿ ਜਦੋਂ ਉਹਨਾਂ ਨੇ ਹਰਿਦੁਆਰ ਜਾ ਕੇ ਕਿਹਾ ਵੀ ਜੇ ਤੁਹਾਡੇ ਛਿੱਟੇ ਜਿਹੜੇ ਆ ਉਹ ਪੂਰਵਜਾਂ ਤੱਕ ਚਲੇ ਜਾਂਦੇ ਆ ਤੇ ਮੇਰਾ ਝੱਟਿਆ ਪਾਣੀ ਕਰਤਾਰਪੁਰ ਮੇਰੇ ਝੋਨੇ 'ਚ ਕਿਉਂ ਨਹੀਂ? ਮਤਲਬ ਇਸ ਤਰ੍ਹਾਂ ਦੀ ਪ੍ਰੈਕਟੀਕਲ ਵਿਗਿਆਨਿਕ ਗੱਲ ਉਹ ਕਰਦੇ ਸੀ, ਲੋਕਾਂ ਦੇ ਸਾਹਮਣੇ ਲਿਆਉਂਦੇ ਸੀ ਤਾਂ ਕਿ ਲੋਕ ਆਪਣੀ ਕੰਮ 'ਚੋਂ ਸਿੱਖਣ, ਆਪਣੇ ਤਰਕ ਤੇ ਪ੍ਰਮਾਣ ਤੋਂ ਸਿੱਖਣ। ਇਹੀ ਵਿਗਿਆਨਕ ਸੋਚ। ਬਹੁਤ ਬਹੁਤ ਵਧੀਆ। ਪਰ ਸਰ, ਜਿਹੜੀ ਇਸ ਵੇਲੇ ਦੇਖਦੇ ਆ ਕਿ ਪੰਜਾਬ ਦੀ ਅਸੀਂ ਖਾਸ ਤੌਰ ਤੇ ਗੱਲ ਕਰਦੇ ਹਾਂ, ਸਾਨੂੰ ਭਾਵੇਂ ਇੱਥੇ 4-5 ਦਹਾਕੇ ਹੋ ਗਏ ਨੇ ਇਹਨਾਂ ਮੁਲਕਾਂ ਵਿੱਚ ਪੰਜਾਬ ਤੋਂ ਬਾਹਰ ਨਿਕਲਿਆ ਨੂੰ, ਪਰ ਪੰਜਾਬੀ ਨਾਲ ਬੜੇ ਗੂੜੀ ਤਰ੍ਹਾਂ ਜੁੜੇ ਨੇ ਸਾਡੇ ਪੰਜਾਬੀ। ਜਦੋਂ ਅਸੀਂ ਪੰਜਾਬ ਜਾਂਦੇ ਹਾਂ, ਫਰਜ਼ ਕੀਤਾ ਅਸੀਂ ਮੋਹਾਲੀ, ਚੰਡੀਗੜ੍ਹ ਹੀ ਜਾਂਦੇ ਹਾਂ, ਸਾਨੂੰ ਉੱਥੇ ਇੱਦਾਂ ਲੱਗਦਾ ਕਿ ਅਸੀਂ ਕਿਸੇ ਹੋਰ ਬਗਾਨੇ ਮੁਲਕ ਵਿੱਚ ਆ ਗਏ ਹਾਂ। ਨਾ ਉੱਥੇ ਪੰਜਾਬੀ ਸਾਨੂੰ ਦੇਖਣ ਨੂੰ ਮਿਲਦੀ ਆ, ਨਾ ਕੁਝ ਪੰਜਾਬੀ 'ਚ ਲਿਖਿਆ ਸਾਨੂੰ ਮਿਲਦਾ ਆ। ਤੇ ਤੁਸੀਂ ਇਸ ਵਾਤਾਵਰਨ ਬਾਰੇ ਕੀ ਕਰਦੇ ਆ, ਕੀ ਮਹਿਸੂਸ ਕਰਦੇ ਆ, ਕੀ ਕਰਨਾ ਚਾਹੁੰਦੇ ਆਪਾਂ? ਵਾਤਾਵਰਨ ਬਾਰੇ ਮੈਂ ਮਹਿਸੂਸ ਕਰਦਾ ਜੀ ਕਿ ਮੈਂ ਅੰਮ੍ਰਿਤਸਰ ਰਹਿਣਾ ਸ਼ੁਰੂ ਕੀਤਾ 1998 'ਚ ਤੇ ਮੇਰਾ ਜਿਹੜਾ ਵੱਡਾ ਬੇਟਾ ਹੈ 1991 'ਚ ਪੈਦਾ ਹੋਇਆ ਬੰਗਲੌਰ ਤੇ ਪਹਿਲੇ 7 ਸਾਲ ਉਹਦਾ ਜੀਵਨ ਜਿਹੜਾ ਉਹ ਬੰਗਲੌਰ 'ਚ ਬੀਤਿਆ। ਤੇ ਪਹਿਲੀ ਗੱਲ ਉਹਨੇ ਮੈਨੂੰ 1998 'ਚ ਇਹ ਦੱਸੀ ਵੀ ਆਪਾਂ ਤੇ ਪੰਜਾਬੀ ਬੋਲਦੇ ਆ ਤੇ ਅੰਮ੍ਰਿਤਸਰ 'ਚ ਸਕੂਲਾਂ 'ਚ ਤੇ ਬੱਚੇ ਹਿੰਦੀ ਬੋਲਦੇ।
ਤੇ ਮੈਂ ਉਹਦਾ ਜਵਾਬ ਨਹੀਂ ਦੇ ਸਕਿਆ ਗੱਲ ਦਾ ਵੀ ਇਸ ਤਰ੍ਹਾਂ ਕਿਉਂ ਹੈ। ਸੋ ਪੰਜਾਬੀ ਹੀ ਇੱਕ ਇਹੋ ਜਿਹੀ ਕਮਿਊਨਿਟੀ ਹੈ, ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੀ ਬੋਲੀ ਨੂੰ ਛੱਡਣ ਲੱਗਿਆਂ 1 ਮਿੰਟ ਵੀ ਨਹੀਂ ਲਾਉਂਦੇ। ਜੇ ਹਿੰਦੀ ਲੱਭ ਜੇ ਉਹਨੂੰ ਅਪਣਾ ਲੈਂਦੇ, ਅੰਗਰੇਜ਼ੀ ਲੱਭ ਜੇ ਤੇ ਉਹਨੂੰ ਐ ਪੜਾਉਂਦੇ ਕਿ ਜਿਵੇਂ ਬਹੁਤ ਹੀ ਕੋਈ ਵਧੀਆ ਚੀਜ਼ ਲੱਭ ਗਈ ਹੁੰਦੀ ਹੈ। ਤੇ ਉਧਰ ਵੀ ਇਸ ਤਰ੍ਹਾਂ ਹੀ ਹੈ ਕਿ ਉਰਦੂ ਨੂੰ ਅਪਣਾ ਕੇ ਤੇ ਪੰਜਾਬੀ ਨੂੰ ਛੱਡ ਰਹੇ ਹੈ। ਸੋ ਪੰਜਾਬੀਆਂ ਨੂੰ ਬਿਲਕੁਲ ਆਪਣੇ ਅੰਦਰ ਝਾਕਣ ਦੀ ਲੋੜ ਹੈ ਕਿ ਜੇ ਮੈਂ ਮੇਰੇ ਬੰਗਾਲ 'ਚ ਵੀ ਮੈਂ ਰਿਹਾ ਨਹੀਂ, ਪਰ ਬਹੁਤ ਬੰਗਾਲੀਆਂ ਨੂੰ ਜਾਣਦਾ ਕਿਉਂਕਿ ਵਿਗਿਆਨ 'ਚ ਬਹੁਤ ਬੰਗਾਲੀ ਨੇ। ਮੈਂ ਦੱਖਣ ਭਾਰਤ 'ਚ ਰਿਹਾ, ਤਾਮਿਲ ਆਪਣੀ ਬੋਲੀ ਨਹੀਂ ਛੱਡਦਾ, ਬੰਗਾਲੀ ਆਪਣੀ ਬੋਲੀ ਨਹੀਂ ਛੱਡਦਾ। ਇਹ ਪੰਜਾਬੀ ਨੂੰ ਕੋਈ ਖਾਸ ਗੱਲ ਹੈ ਵੀ ਇਹਨੂੰ ਆਪਣੀ ਬੋਲੀ ਛੱਡ ਕੇ ਤੇ ਕਿਸੇ ਹੋਰ ਬੋਲੀ ਨੂੰ ਅਪਣਾ ਕੇ ਐਂ ਲੱਗਦਾ ਵੀ ਮੈਂ ਪੜ੍ਹਿਆ ਲਿਖਿਆ ਲੱਗੂਗਾ। ਇਸ ਗੱਲ ਨੂੰ ਛੱਡਣ ਦੀ ਲੋੜ ਹੈ। ਪੰਜਾਬੀ ਬਹੁਤ ਪੁਰਾਣੀ ਬੋਲੀ ਹੈ ਔਰ ਇਹ ਬਹੁਤ ਆਧੁਨਿਕ ਵੀ ਹੈ। ਇਹਦੀ ਇੱਕ ਆਧੁਨਿਕ ਤਾਂ ਹੈ ਕਿਉਂਕਿ ਜਿਹੜੇ ਹੁਣ ਵਾਲੀ ਪੰਜਾਬੀ ਜਿਹਨੂੰ ਅਸੀਂ ਗੁਰਮੁਖੀ ਨਾਲ ਜੋੜਦੇ ਹਾਂ, ਹਾਲਾਂਕਿ ਪੰਜਾਬੀ ਲਗਭਗ 5000 ਸਾਲ ਪੁਰਾਣੀ ਹੈ ਤੇ ਗੁਰਮੁਖੀ ਤੇ 500 ਸਾਲ ਪੁਰਾਣੀ ਹੈ, ਪਰ ਸਾਡੀ ਸਕ੍ਰਿਪਟ ਵੀ ਬੜੀ ਨਵੀਂ ਹੈ ਗੁਰਮੁਖੀ। ਤੇ ਇਹਦੇ 'ਚ ਵਧੀਆ ਗੱਲ ਇਹ ਆ ਵੀ ਇੱਕ ਪਾਸੇ ਫਾਰਸੀ, ਇੱਕ ਪਾਸੇ ਸੰਸਕ੍ਰਿਤ, ਇੰਨੀਆਂ ਬੋਲੀਆਂ ਇਹਦੇ 'ਚ ਰਲੀਆਂ ਦੇ ਅੱਖਰ ਇਹ 'ਚ ਰਲੇ ਹੋਏ ਹੈ ਕਿ ਬਹੁਤ ਮਾਡਰਨ ਤੇ ਡੂੰਘੀ ਵੀ ਬੋਲੀ ਹੈ। ਤੇ ਇਹਦੇ 'ਚ ਬਹੁਤ ਕੁਝ ਇਸ ਇੰਨੇ ਸਰਲ ਢੰਗ ਨਾਲ ਕੀਤਾ ਜਾ ਸਕਦਾ ਹੈ ਕਿ ਸਾਨੂੰ ਹੋਰ ਬੋਲੀਆਂ ਅਪਣਾਉਣ ਦੀ ਕੋਈ ਲੋੜ ਨਹੀਂ ਪੈਣੀ। ਪ੍ਰੋਫੈਸਰ, ਇੱਕ ਬੜਾ ਸਾਦਾ ਤੇ ਸੌਖਾ ਜਿਹਾ ਸਵਾਲ ਹੈ ਕਿ ਕੀ ਤੁਸੀਂ ਵੀ ਕੋਈ ਅੱਜ ਤੱਕ ਪੰਜਾਬੀ ਦੇ ਵਿੱਚ ਆਪਣੇ ਵਿਸ਼ੇ ਸੰਬੰਧੀ, ਭੌਤਿਕ ਵਿਗਿਆਨ ਦੇ ਸੰਬੰਧੀ ਕੋਈ ਰਚਨਾ ਕੀਤੀ ਹੈ, ਕਿਤਾਬ ਲਿਖੀ ਕੋਈ ਪੰਜਾਬੀ ਵਿੱਚ ਤੁਸਾਂ ਨੇ? ਮੈਂ ਆਰਟੀਕਲ ਲਿਖੇ ਨੇ ਜੀ। ਮੈਂ ਹੁਣ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੱਕ ਮੈਗਜ਼ੀਨ ਛਪਦਾ ਹੈ ਇਨਰਸ਼ੀਆ, ਉਹਦੇ 'ਚ ਮੇਰਾ ਪਿੱਛੇ ਵੀ ਇੱਕ ਆਰਟੀਕਲ ਆਇਆ ਹੈ ਮਕੈਨਿਕਸ ਦੇ ਉੱਤੇ। ਤੇ ਮੇਰਾ ਵਿਸ਼ਾ ਹੈਗਾ ਕੁਆਂਟਮ ਭੌਤਿਕ ਵਿਗਿਆਨ ਔਰ ਮੈਂ ਜ਼ਰੂਰ ਲਿਖਾਂਗਾ। ਮੈਂ ਵੈਸੇ ਕਿਤਾਬਾਂ ਕੋਈ ਏਡੀਆਂ ਲਿਖੀਆਂ ਵੀ ਨਹੀਂ ਕਿਉਂਕਿ ਮੈਂ ਜੇ ਐਕਟਿਵ ਸਾਇੰਟਿਸਟ ਹਾਂ, ਜੇ ਮੈਂ ਆਪਣੀ ਖੋਜ ਕਰ ਰਿਹਾ। ਕਿਤਾਬਾਂ ਬੁੱਢੇ ਬਾਰੇ ਲਿਖਣ ਵਾਲਾ ਕੰਮ ਹੁੰਦਾ ਹੈ। ਮੈਂ ਜੇ ਬੁੱਢਾ ਨਹੀਂ ਹੋਇਆ, ਜਦੋਂ ਲਿਖੂੰਗਾ ਤੇ ਪੰਜਾਬੀ 'ਚ ਵੀ ਜ਼ਰੂਰ ਲਿਖਾਂਗਾ। ਨਹੀਂ, ਇਹ ਜ਼ਰੂਰੀ ਨਹੀਂ ਕਿ ਬੁੱਢੇ ਬਾਰੇ ਲਿਖੀ ਜਾਵੇ, ਤੁਸੀਂ ਜਵਾਨੀ ਵਿੱਚ ਵੀ ਆਮ ਲਿਖ ਤੌਰ ਸਕਦੇ ਤੇ ਕਿਹਾ ਜਾਂਦਾ ਹੈ ਕਿ ਨਹੀਂ, ਆਮ ਤੌਰ ਤੇ ਜਿਹੜਾ ਬੰਦਾ ਖੋਜ 'ਚ ਲੱਗਾ ਹੁੰਦਾ, ਆਪਾਂ ਕਹਿੰਦੇ ਕਿ ਪਹਿਲੇ ਕੋਈ ਕੰਮ ਕਰ ਲਈਏ ਫਿਰ ਲਿਖਾਂਗੇ। ਸੋ ਚਲੋ। ਖੋਜ ਪੱਤਰ ਜਿਹੜੇ ਹੈ ਉਹਨਾਂ ਦੇ ਆਧਾਰ ਤੇ ਮੈਂ ਪੰਜਾਬੀ ਦੇ ਵਿੱਚ ਸਾਇੰਸ ਬਾਰੇ ਲਿਖਿਆ ਹੈ ਤੇ ਹੋਰ ਵੀ ਵਿਸ਼ਿਆਂ ਤੇ ਲਿਖਿਆ। ਇੱਕ ਮੈਂ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਲਿਖਿਆ ਸੀ ਸਾਇੰਸ ਬਾਰੇ, ਲੰਮਾ ਪੂਰੇ ਪੇਜ ਦਾ ਆਇਆ ਸੀ ਕਿ ਭਾਰਤੀ ਲੋਕ ਕੌਣ ਹਨ। ਵਿਗਿਆਨ ਦੇ ਆਧਾਰ ਤੇ ਮੈਂ ਸਾਰੀ ਉਹਦੀ ਖੋਜ ਕਰਕੇ ਲਿਖਿਆ ਸੀ ਉਹ ਆਰਟੀਕਲ ਕਿ ਡੀਐਨਏ ਐਨਾਲਿਸਿਸ ਤੋਂ ਕਿਵੇਂ ਇਹ ਸਾਬਤ ਹੁੰਦਾ ਕਿ ਅਸੀਂ ਕੌਣ ਆ, ਕਿੱਥੋਂ ਆਏ ਹਾਂ। ਪੰਜਾਬੀ 'ਚ ਲਿਖਣ ਦਾ ਕੰਮ ਮੈਂ ਕਰਦਾ ਰਹਿੰਦਾ। ਤੁਹਾਡੇ ਵੀ ਕੁਝ ਵਿਦਵਾਨਾਂ ਦੇ ਨਾਲ ਜਿਹੜੇ ਪ੍ਰੋਫੈਸਰ ਯੂਨੀਵਰਸਿਟੀ ਵਿੱਚ ਰਹਿ ਚੁੱਕੇ ਨੇ ਜਾਂ ਉਹ ਹੈਡ ਆਫ ਦ ਡਿਪਾਰਟਮੈਂਟ ਵੀ ਰਹੇ ਨੇ, ਉਹਨਾਂ ਨੇ ਕੁਝ ਵਿਸ਼ਲੇਸ਼ਣ ਕੀਤਾ ਸੀ। ਕੁਝ ਕਿਤਾਬਾਂ ਮੇਰੇ ਖਿਆਲ ਤੁਹਾਡੀ ਯੂਨੀਵਰਸਿਟੀ ਨੇ 55 ਕਿਤਾਬਾਂ ਛਾਪੀਆਂ ਨੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ। ਉਹਦੇ ਵਿੱਚ ਸਰਜੀਤ ਸਿੰਘ ਢਿੱਲੋਂ ਹੋਣੀ ਤੇ ਡਾਕਟਰ ਰੋਜ਼ ਜੀ ਹੋਣੀ ਕਾਫੀ। ਉਹਨਾਂ ਦਾ ਵਿਚਾਰ ਸੀ ਕਿ ਉਹਦਾ ਜਿਹੜਾ ਮਿਆਰ ਹੈ, ਵਿਗਿਆਨਕ ਮਿਆਰ ਦੀ ਗੱਲ ਕੀਤੀ ਹੈ ਕਿ ਉਹ ਇਹੋ ਜਿਹਾ ਨਹੀਂ। ਤੁਸੀਂ ਕੋਈ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਤੁਹਾਡੀ ਪਬਲੀਕੇਸ਼ਨ ਨੇ ਹੁਣ ਤੱਕ ਛਾਪੀਆਂ ਨੇ ਵਿਗਿਆਨ ਦੀਆਂ ਕਿਤਾਬਾਂ ਪੰਜਾਬੀ ਵਿੱਚ? ਹਾਂਜੀ, ਮੈਂ ਉਹਦੇ ਤੇ ਜਿੰਨਾ ਕਿ ਮੈਂ ਵੇਖਿਆ ਹੈ ਕਿ ਕਈ ਕਿਤਾਬਾਂ ਜਿਹੜੀਆਂ ਸ਼ੁਰੂ 'ਚ ਲਿਖੀਆਂ ਗਈਆਂ ਉਹਨਾਂ 'ਚੋਂ ਕਈ ਕਿਤਾਬਾਂ ਬਹੁਤ ਵਧੀਆ ਨੇ ਤੇ ਬਾਅਦ ਵਿੱਚ ਕਈ ਕਿਤਾਬਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਦਾ ਮਿਆਰ ਉਨਾ ਠੀਕ ਨਹੀਂ ਹੈ। ਕਿਉਂਕਿ ਜਿਹੜੀ ਸਾਡੀ ਪ੍ਰੋਸੈਸ ਸੀ ਨਾ ਕਿ ਕੋਈ ਲਿਖੇ, ਫਿਰ ਉਹਨੂੰ ਕੋਈ ਰਿਵਿਊ ਕਰੇ, ਫਿਰ ਵੈਟ ਕਰੇ, ਇਸ ਤਰ੍ਹਾਂ ਨਹੀਂ ਹੋਇਆ। ਉਹ ਕੰਮ ਲਗਭਗ ਇਸ ਤਰ੍ਹਾਂ ਹੋਇਆ ਵੀ ਚਲੋ ਹਰ ਵਿਭਾਗ ਨੇ ਇੱਕ ਕਿਤਾਬ ਪੰਜਾਬੀ 'ਚ ਲਿਖਣੀ ਹੈ, ਚਲੋ ਲਿਖ ਦਿਓ। ਦੂਸਰੀ ਵੱਡੀ ਸਮੱਸਿਆ ਉਹਦੇ 'ਚ ਇਹ ਆਈ ਕਿ ਉਹ ਵਰਤਣੀਆਂ ਕਿੰਨੇ ਹੈ। ਉਹ ਤੇ ਐਂ ਲਿਖੀਆਂ ਗਈਆਂ ਵੀ ਚਲੋ ਲਿਖ ਕੇ ਆਪਾਂ ਰੱਖ ਲਾਂਗੇ। ਜਿੰਨਾ ਚਿਰ ਅਸੀਂ ਉਹਨਾਂ ਨੂੰ ਵਰਤਣਾ ਨਹੀਂ ਸ਼ੁਰੂ ਕਰਾਂਗੇ, ਉਹਨਾਂ ਚਿਰ ਉਹਨਾਂ ਦਾ ਮਿਆਰ ਵੀ ਉੱਪਰ ਨਹੀਂ ਆਏਗਾ। ਮੰਨ ਲਓ ਅਸੀਂ ਇੱਕ ਐਮਐਸਸੀ ਵਾਸਤੇ ਕਿਤਾਬ ਲਿਖਦੇ ਨੇ ਤੇ ਜੇ ਐਮਐਸਸੀ ਪੰਜਾਬੀ 'ਚ ਕਿਤੇ ਪੜ੍ਹਾਈ ਨਹੀਂ ਜਾ ਰਹੀ, ਉਹ ਕਿਤਾਬ ਤੇ ਫਿਰ ਲਾਇਬ੍ਰੇਰੀ 'ਚ ਹੀ ਪਈ ਰਹਿਣੀ। ਤੋ ਜਿੰਨਾ ਚਿਰ ਅਸੀਂ ਇਸ ਪਾਸੇ ਨੂੰ ਨਹੀਂ ਤੁਰਦੇ ਕਿ ਉਹ ਕੌਣ ਵਿਦਿਆਰਥੀ ਨੇ ਜਿਹੜੇ ਉਹਨਾਂ ਨੂੰ ਵਰਤਣਗੇ, ਉਹਨਾਂ ਚਿਰ ਇਹ ਕੰਮ ਬਹੁਤ ਅੱਗੇ ਨਹੀਂ ਵਧਾਇਆ ਜਾ ਸਕਦਾ। ਪਰ ਦੋਵੇਂ ਪਾਸੇ ਹੈ, ਇੱਕ ਪਾਸੇ ਸਾਨੂੰ ਕਿਤਾਬਾਂ ਬਣਾਉਣੀਆਂ ਪੈਣਗੀਆਂ, ਦੂਜੇ ਪਾਸੇ ਸਾਨੂੰ ਕੋਰਸਾਂ 'ਚ ਉਹਨਾਂ ਨੂੰ ਲਾਗੂ ਕਰਨ ਵੱਲ ਵੀ ਜਾਣਾ। ਲੰਬਾ ਕੰਮ ਹੈ। ਬਿਲਕੁਲ। ਦੇਖੋ ਜੀ, ਕੰਮ ਤੁਸੀਂ ਪਹਿਲਾਂ ਹੀ ਕਿਹਾ ਕਿ ਬਹੁਤ ਵੱਡੇ ਵੱਡੇ ਤੁਹਾਡੇ ਪ੍ਰਯੋਜਨ ਨੇ ਔਰ ਮੁੱਢਲੇ ਦਿਨਾਂ ਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਅਹਾਤੇ ਦੇ ਵਿੱਚ ਜਿੰਨੇ ਵੀ ਤੁਹਾਡੇ ਸਾਈਨ ਨੇ ਜਾਂ ਸੂਚੀ ਨਿਰਦੇਸ਼ ਨੇ ਉਹ ਅੰਗਰੇਜ਼ੀ ਵਿੱਚ ਸੀ, ਉਹਨਾਂ ਨੂੰ ਪੰਜਾਬੀ ਵਿੱਚ ਨਹੀਂ ਕੀਤਾ ਗਿਆ। ਤੇ ਤੁਸੀਂ ਦੱਸੋ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੇ ਵਿਦੇਸ਼ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਪ੍ਰੋਫੈਸਰ ਸਾਹਿਬ? ਮੈਂ ਬਹੁਤ ਵਾਰੀ ਵਿਦੇਸ਼ ਗਿਆ ਜੀ। ਦਰਜਨਾਂ ਵਾਰ ਵਿਦੇਸ਼ ਗਿਆ ਆਪਣੇ ਵਿਗਿਆਨ ਦੇ ਕੰਮਾਂ ਲਈ। ਠੀਕ ਹੈ, ਮਤਲਬ ਤੁਸੀਂ ਕਦੇ ਇਹ ਪੰਜਾਬੀ ਦੇ ਵਿਸ਼ੇ ਉੱਤੇ ਵੀ ਕੋਈ ਵਿਚਾਰਾਂ ਹੋਈਆਂ ਕਿ ਸਾਨੂੰ ਪੰਜਾਬੀ ਵਾਸਤੇ ਕੁਝ ਇਹੋ ਜਿਹੇ ਪ੍ਰੋਜੈਕਟ ਕਰਨੇ ਚਾਹੀਦੇ ਆ
ਤੁਹਾਨੂੰ, ਜਾਂ ਉਹਦਾ ਕਿਹੋ ਜਿਹਾ ਰਿਸਪੌਂਸ ਮਿਲਿਆ ਤੁਹਾਨੂੰ? ਦੇਖੋ, ਪੰਜਾਬੀ ਦੇ ਲਈ ਕੰਮ ਕਰਨ ਦਾ ਮੌਕਾ ਵੱਡੇ ਰੂਪ 'ਚ ਤੇ ਮੈਨੂੰ ਹੁਣ ਮਿਲਿਆ ਹੈ। ਜੀ। ਪਰ ਵੈਸੇ 2 ਸਾਲ ਪਹਿਲੇ ਮੈਂ ਆਪਣੀ ਜਿਹੜੀ ਸਾਡੀ ਸੰਸਥਾ ਹੈ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਉੱਥੇ ਇੱਕ ਕਾਨਫਰੰਸ ਕਰਾਈ ਸੀ, ਵਿਗਿਆਨ ਤੇ ਵਿਗਿਆਨ ਦੀ ਖੋਜ ਪੰਜਾਬੀ 'ਚ। ਉੱਥੇ ਸਾਰੇ ਆਏ ਸੀ, ਰੋਜ਼ ਜੀ, ਸੁਰਜੀਤ ਸਿੰਘ ਢਿੱਲੋਂ ਜੀ ਵੀ, ਮੈਂ ਸਭ ਨੂੰ ਬੁਲਾਇਆ ਸੀ ਕਿਉਂਕਿ ਮੇਰਾ ਇਸ ਗੱਲ 'ਚ ਉਦੋਂ ਵੀ ਰੁਚੀ ਸੀ। ਸੋ ਉਸ ਕੰਮ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਉਹਦੀ ਅਸੀਂ ਕਿਤਾਬ ਵੀ ਛਾਪ ਰਹੇ ਹਾਂ, ਜਿਹੜੇ ਪੇਪਰ ਉੱਥੇ ਪ੍ਰੈਜ਼ੈਂਟ ਹੋਏ। ਤੇ ਹੁਣ ਜਦੋਂ ਮੈਂ ਪੰਜਾਬੀ, ਕਿਉਂਕਿ ਮੈਂ ਜਦੋਂ ਕਾਨਫਰੰਸਾਂ 'ਚ ਜਾਂਦਾ ਤੇ ਮੈਂ ਕੁਆਂਟਮ ਫਿਜ਼ਿਕਸ ਦੀਆਂ ਕਾਨਫਰੰਸਾਂ 'ਚ ਜਾਂਦਾ, ਉੱਥੇ ਤੇ ਪੰਜਾਬੀ ਦੀ ਗੱਲ ਨਹੀਂ ਹੁੰਦੀ, ਪੰਜਾਬੀ ਦੇ ਇੱਕ ਦੋ ਹੀ ਹੁੰਦੇ ਨੇ। ਪਰ ਹੁਣ ਅਸੀਂ ਇਹਨੂੰ ਬਾਹਰ ਰਹਿੰਦੇ ਲੋਕਾਂ ਨਾਲ ਵੀ ਇਸ ਗੱਲ ਨੂੰ ਜੋੜਾਂਗੇ। ਜਿਵੇਂ ਕੰਡੋਲਾ ਜੀ ਨੂੰ, ਮੈਂ ਬਲਦੇਵ ਸਿੰਘ ਕੰਡੋਲਾ ਜੀ ਨੇ, ਉਹ ਇੰਗਲੈਂਡ 'ਚ ਰਹਿੰਦੇ ਨੇ, ਉਹ ਇੰਜੀਨੀਅਰਿੰਗ ਦੀਆਂ ਕਿਤਾਬਾਂ ਪੰਜਾਬੀ 'ਚ ਉਹਨਾਂ ਨੇ ਲਿਖੀਆਂ ਨੇ। ਇੱਕ ਉਹਨਾਂ ਨੇ ਵਿਗਿਆਨ ਦੇ ਫਲਸਫੇ ਦੀ ਕਿਤਾਬ ਵੀ ਪੰਜਾਬੀ 'ਚ ਲਿਖੀ ਹੈ। ਤੇ ਉਸ ਸਾਰੇ ਪ੍ਰੋਗਰਾਮਾਂ ਕਰਕੇ ਮੇਰਾ 3 ਸਾਲ ਪਹਿਲੇ ਉਹਨਾਂ ਨਾਲ ਵੀ ਮੇਲ ਹੋਇਆ। ਤੇ ਇਸ ਤਰ੍ਹਾਂ ਦੇ ਹੋਰ ਵੀ ਲੋਕ ਹੋਣਗੇ ਜਿਹੜੇ ਸ਼ਿੱਦਤ ਨਾਲ ਮਹਿਸੂਸ ਕਰਦੇ ਆ ਕਿ ਅਸੀਂ ਜਿਹੜੇ ਟੈਕਨੀਕਲ ਵਿਸ਼ੇ ਹੈ ਉਹਨਾਂ ਨੂੰ ਪੰਜਾਬੀ 'ਚ ਲਿਆਈਏ। ਮੈਂ ਕਹਿੰਦਾ ਪਹਿਲੇ ਇੱਥੋਂ ਹੀ ਸ਼ੁਰੂ ਕਰੀਏ ਕਿ ਪੰਜਾਬ 'ਚ ਕੋਈ ਇਹੋ ਜਿਹੀ ਦੁਕਾਨ ਨਹੀਂ ਹੋਣੀ ਚਾਹੀਦੀ ਜਿਹਦਾ ਫੱਟੇ ਤੇ ਪੰਜਾਬੀ ਨਾ ਲਿਖੀ ਹੋਵੇ। ਡਾਕਟਰ ਜਿਹੜੇ ਆ ਉਹ ਪਰਚੀ ਪੰਜਾਬੀ 'ਚ ਲਿਖਣ। ਜਿਹੜੀਆਂ ਦਵਾਈਆਂ ਜਾਂ ਜੋ ਵੀ ਪੰਜਾਬ 'ਚ ਵਿਕਦਾ ਹੈ, ਉਹਦੇ ਉੱਤੇ ਕਾਨੂੰਨ ਹੋਵੇ ਕਿ ਉਹਦੇ ਤੇ ਪੰਜਾਬੀ 'ਚ ਲੇਬਲ ਜ਼ਰੂਰੀ ਹੈ। ਇੱਥੋਂ ਜੇ ਅਸੀਂ ਸ਼ੁਰੂ ਕਰਾਂਗੇ ਨਾ, ਪੰਜਾਬੀ ਇੱਕ ਵਾਰ ਫੇਰ ਦਿਸਣ ਲੱਗ ਪਏਗੀ। ਜਦੋਂ ਮੈਂ ਕੋਈ ਚੀਜ਼ ਖਰੀਦ ਕੇ ਲਿਆਉਣਾ ਤੇ ਉਹਦਾ ਲੇਬਲ ਜਦੋਂ ਮੈਂ ਪੰਜਾਬੀ 'ਚ ਵੇਖਾਂਗਾ ਤੇ ਫਿਰ ਮੈਨੂੰ ਲੱਗੇਗਾ ਨਾ ਵੀ ਇਹ ਪੰਜਾਬੀ ਜਿਹੜੀ ਆ, ਇਹ ਇਲੈਕਟ੍ਰੋਨਿਕ ਆਈਟਮ ਤੇ ਵੀ ਹੁੰਦੀ ਹੈ, ਇਹ ਮਤਲਬ ਬਿਸਕੁਟਾਂ ਤੇ ਵੀ ਹੁੰਦੀ ਆ, ਇਹ ਦੁਕਾਨਾਂ 'ਚ ਵੀ ਹੁੰਦੀ ਹੈ। ਇਸ ਤਰ੍ਹਾਂ ਲਿਆਉਣਾ ਪਏਗਾ ਸਾਨੂੰ, ਪੰਜਾਬੀ ਨੂੰ ਕਾਨੂੰਨ ਬਣਾਉਣੇ ਪੈਣੇ। ਤੁਹਾਨੂੰ ਪਤਾ ਹੀ ਹੋਣਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਉਤਪਾਦ ਨੇ, ਇਹੋ ਜਿਹੀਆਂ ਵਸਤਾਂ ਨੇ ਜਿਨ੍ਹਾਂ ਦੀ ਜਿਹੜੀ ਪੈਕਿੰਗ ਹੁੰਦੀ ਆ ਡੱਬਿਆਂ ਦੇ ਉੱਤੇ ਪੰਜਾਬੀ ਦੇ ਵਿੱਚ ਲੇਬਲ ਛਪੇ ਹੁੰਦੇ ਆ। ਔਰ ਤੁਹਾਡਾ ਜਿਹੜਾ ਸੁਪਨਾ ਮੇਰੇ ਖਿਆਲ ਦੇ ਪੰਜਾਬ ਦੇ ਵਿੱਚ ਸਾਕਾਰ ਤਾਂ ਹੋਵੇਗਾ, ਪਰ ਮੇਰੇ ਖਿਆਲ ਦੇ ਉਹਦੇ ਵਾਸਤੇ ਬਹੁਤ ਕੰਮ ਕਰਨ ਦੀ, ਜਦੋਂ ਤੁਸੀਂ ਕੰਪਿਊਟਰ ਦੀ ਗੱਲ ਕਰਦੇ ਆ, ਜਿਹੜਾ ਉਹਦਾ ਪ੍ਰੋਗਰਾਮਿੰਗ ਕਰਨ ਵਾਸਤੇ ਉਹਨੂੰ ਕੌਣ ਤਿਆਰ ਕਰੇਗਾ, ਇਹ ਬਹੁਤ ਵੱਡਾ ਪ੍ਰੋਜੈਕਟ ਆ। ਤੁਹਾਨੂੰ ਨਹੀਂ ਇੰਦਰਪਾਲ ਜੀ, ਮੈਂ ਇਹਨੂੰ ਇਸ ਤਰ੍ਹਾਂ ਵੇਖਦਾ ਕਿ ਜਦੋਂ ਇਹ ਪੰਜਾਬੀ ਇਸ ਢੰਗ ਨਾਲ ਲਾਗੂ ਹੋ ਜਾਏਗੀ, ਫਿਰ ਉਹ ਨੌਕਰੀਆਂ ਵੀ ਬਣਨਗੀਆਂ ਨਾ। ਫਿਰ ਉਹ ਹਰ ਕੰਪਨੀ ਨੂੰ ਇੱਕ ਗ੍ਰਾਫਿਕ ਡਿਜ਼ਾਈਨਰ ਪੰਜਾਬੀ ਵਾਲਾ ਰੱਖਣਾ ਪਏਗਾ। ਫਿਰ ਮੇਰੇ ਪੰਜਾਬੀ ਦੇ ਕੋਰਸ ਵੀ ਚੱਲਣਗੇ ਨਾ। ਫਿਰ ਜਿਹੜਾ ਇਹ ਕਹਿੰਦੇ ਆ ਕਿ ਪੰਜਾਬੀ ਦੇ ਗ੍ਰੈਜੂਏਟਸ ਤੇ ਪੰਜਾਬੀ ਦੀ ਟ੍ਰੇਨਿੰਗ ਦੀ ਲੋੜ ਨਹੀਂ, ਮੈਂ ਕਹਾਂਗਾ ਹੈ ਹਰ ਕੰਪਨੀ ਨੂੰ ਇੱਕ ਗ੍ਰਾਫਿਕਸ ਡਿਜ਼ਾਈਨਰ ਪੰਜਾਬੀ ਵਾਲਾ ਰੱਖਣਾ ਪਏਗਾ, ਇੱਕ ਪੰਜਾਬੀ ਦਾ ਐਕਸਪਰਟ ਰੱਖਣਾ ਪਏਗਾ, ਤਾਂ ਕਿ ਉਹਨਾਂ ਦੀਆਂ ਲੇਬਲਾਂ 'ਚ ਚੀਜ਼ਾਂ 'ਚ ਗਲਤੀਆਂ ਨਾ ਹੋਣ ਤੇ ਨੌਕਰੀਆਂ ਵੀ ਮਿਲਣਗੀਆਂ। ਡਾਕਟਰ ਜੋਗਾ ਸਿੰਘ ਜੀ ਕਹਿ ਰਹੇ ਹੈਗੇ ਆ ਕਿ ਲੋਕਾਂ ਦੇ ਵਿੱਚ ਜਿਹੜੀ ਸਾਨੂੰ ਜਾਗਰੂਕਤਾ ਆ, ਜਾਂ ਉਹਨਾਂ ਤੱਕ ਜਿਹੜੀ ਪਹੁੰਚ ਕਰਨੀ ਆ, ਪਿੰਡਾਂ ਦੇ ਵਿੱਚ ਇਹੋ ਇਸ ਵੇਲੇ ਫੈਸ਼ਨ ਬਣ ਗਿਆ ਕਿ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਤੇ ਉਹ ਵਧੀਆ ਵਿੱਦਿਆ ਲੈਂਦੇ ਹੈਗੇ ਆ। ਤੁਸੀਂ ਆਪਣੇ ਜਾਂ ਨਿੱਜੀ ਤੌਰ ਤੇ ਜਾਂ ਯੂਨੀਵਰਸਿਟੀ ਦੇ ਤੌਰ ਦੇ ਉੱਤੇ ਲੋਕਾਂ ਤੱਕ ਪਹੁੰਚ ਕਰਨ ਦਾ ਕਿਹੜਾ ਮਾਧਿਅਮ ਅਪਣਾਉਣਾ ਚਾਹੋਗੇ? ਦੇਖੋ ਜੀ, ਅਸੀਂ 5 ਸਾਲਾ ਕੋਰਸ ਸ਼ੁਰੂ ਕੀਤੇ ਹੈ ਐਤਕੀ ਯੂਨੀਵਰਸਿਟੀ 'ਚ, ਨਵੇਂ ਬਿਲਕੁਲ ਵਰਲਡ ਕਲਾਸ ਕੋਰਸ। 6 ਉਹਦੇ 'ਚ ਅਸੀਂ ਚੁਣੀਆਂ ਨੇ ਜਿਹੜੀਆਂ ਸਟਰੀਮਸ ਜੀ। ਫਿਜ਼ੀਕਲ ਐਂਡ ਕੈਮੀਕਲ ਸਾਇੰਸਿਸ, ਮੈਥਮੈਟੀਕਲ ਐਂਡ ਕੰਪਿਊਟਿੰਗ ਸਾਇੰਸਿਸ, ਬਾਇਓਲੋਜੀਕਲ ਸਾਇੰਸਿਸ, ਲੈਂਗੁਏਜਿਸ, ਪਰਫਾਰਮਿੰਗ ਆਰਟਸ ਤੇ ਸੋਸ਼ਲ ਸਾਇੰਸਿਸ। ਇਹਨਾਂ ਸਾਰਿਆਂ 'ਚ ਸਾਨੂੰ ਬਹੁਤ ਸਾਰੇ ਪੇਂਡੂ ਵਿਦਿਆਰਥੀ ਆਏ ਨੇ। ਤੇ ਪਹਿਲਾ ਸਟੈਪ ਤੇ ਅਸੀਂ ਇਹ ਲਿਆ ਕਿ ਜਿਹੜਾ ਪੜ੍ਹਾਉਣ ਦਾ ਮੀਡੀਅਮ ਹੈ, ਠੀਕ ਹੈ ਕਿ ਸਾਇੰਸ ਹੋਰ ਵਿਸ਼ੇ ਅੰਗਰੇਜ਼ੀ 'ਚ ਹੁੰਦੇ ਨੇ, ਪਰ ਖੁੱਲ੍ਹ ਕੇ ਪੰਜਾਬੀ 'ਚ ਪੜ੍ਹਾਓ। ਮੈਂ ਖੁਦ ਇੱਕ ਪੂਰਾ ਕੋਰਸ ਪੜ੍ਹਾਇਆ ਮਕੈਨਿਕਸ ਦਾ ਵਿਦਿਆਰਥੀਆਂ ਨੂੰ, ਜਿਹੜਾ ਮੈਂ ਲਗਭਗ ਮੈਂ ਕਹਿ ਸਕਦਾ ਕਿ ਪੰਜਾਬੀ 'ਚ ਪੜ੍ਹਾਇਆ ਹੈ। ਇੱਕ ਤੇ ਅਸੀਂ ਇਹ ਤਰੀਕਾ ਵਰਤ ਰਹੇ ਹਾਂ ਕਿ ਯੂਨੀਵਰਸਿਟੀ ਦੇ ਅੰਦਰ ਖੁੱਲ੍ਹ ਕੇ ਪੰਜਾਬੀ ਵਰਤੋ, ਤਾਂ ਕਿ ਕੋਈ ਹੀਨਤਾ ਦੀ ਭਾਵਨਾ ਕਿਸੇ ਨੂੰ ਨਾ ਮਹਿਸੂਸ ਹੋਵੇ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਉਹ ਬਹੁਤ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਮੈਂ ਕਹਾਂਗਾ ਪੰਜਾਬੀ ਨਹੀਂ, ਜਿਹੜੇ ਵੀ ਸੱਭਿਆਚਾਰ ਨੇ ਸਾਡੇ ਜਿਹੜੇ ਸਥਾਨਕ ਸੱਭਿਆਚਾਰ ਨੇ, ਉਹਨਾਂ ਨੂੰ ਖਤਮ ਕਰਨ ਲਈ। ਅਫਰੀਕਾ 'ਚ ਵੀ ਇਹ ਕੀਤਾ ਗਿਆ, ਅਫਰੀਕਾ 'ਚ ਇਹ ਪਹਿਲਾਂ ਕੀਤਾ ਗਿਆ ਤੇ ਅਸੀਂ ਸਗੋਂ ਬਚ ਗਏ। ਅੰਗਰੇਜ਼ ਦੇ ਰਾਜ 'ਚ ਅਸੀਂ ਬਚ ਗਏ, ਅੰਗਰੇਜ਼ੀ ਸੱਭਿਆਚਾਰ ਸਾਡੇ ਤੇ ਨਹੀਂ ਚੜ੍ਹਿਆ ਤੇ ਅਸੀਂ ਆਪਣਾ ਸਥਾਨਕ ਸੱਭਿਆਚਾਰ ਜਿਹੜਾ ਉਹਨੂੰ ਵਧੀਆ ਢੰਗ ਨਾਲ ਰੱਖਿਆ। ਪਰ ਹੁਣ ਪਿਛਲੇ 25 ਸਾਲਾਂ 'ਚ ਉਹ ਗੱਲ ਸਾਡੇ ਨਾਲ ਹੋ ਰਹੀ ਹੈ ਕਿ ਅਸੀਂ ਆਪਣਾ ਸੱਭਿਆਚਾਰ ਛੱਡ ਕੇ ਅੰਗਰੇਜ਼ੀ ਸੱਭਿਆਚਾਰ ਨੂੰ ਅਪਣਾ ਰਹੇ ਹਾਂ। ਇਹ ਇੱਕ ਸਾਜ਼ਿਸ਼ ਦੇ ਰੂਪ 'ਚ ਹੋ ਰਿਹਾ ਹੈ। ਇਸ ਕਰਕੇ ਇਹਨੂੰ ਹਰ ਲੈਵਲ ਤੇ ਕਾਊਂਟਰ ਕਰਨਾ ਚਾਹੀਦਾ। ਮੈਂ ਇਹ ਚਾਹਾਂਗਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਤੇ ਹਰ ਤਰੀਕੇ ਨਾਲ ਵੀ, ਕਿ ਪੰਜਾਬ ਦੇ ਵਿੱਚ ਇੱਕੋ ਹੀ ਬੋਰਡ ਹੋਣਾ ਚਾਹੀਦਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਕੋਈ ਹੋਰ ਸਕੂਲ ਭਾਵੇਂ ਕੋਈ ਪ੍ਰਾਈਵੇਟ ਖੋਲੋ, ਜੋ ਮਰਜ਼ੀ ਖੋਲੋ, ਬੋਰਡ ਇੱਕੋ ਹੀ ਹੋਣਾ ਚਾਹੀਦਾ।
ਤੇ ਉਹਦੇ ਵਿੱਚ ਹਰ ਵਿਦਿਆਰਥੀ ਨੂੰ ਪੂਰੀ ਪੰਜਾਬੀ ਪੜ੍ਹਨੀ ਚਾਹੀਦੀ 10ਵੀਂ ਤੱਕ, ਜਿੰਨੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਹਿੰਦਾ ਹੈ। ਜੇ ਪੰਜਾਬ ਦੀ ਧਰਤੀ ਤੇ ਸਕੂਲ ਖੋਲ੍ਹਣਾ ਹੈ ਤੇ ਇਹ ਤੁਹਾਨੂੰ ਕਰਨਾ ਹੀ ਪਏ। ਇਹ ਤੋਂ ਛੋਟ ਸਰਕਾਰਾਂ ਨੇ ਦਿੱਤੀ ਹੈ। ਆਪਣੇ ਆਪ ਕੋਈ ਸਕੂਲ ਖੋਲ੍ਹਣ, ਮੈਂ ਇੱਕ ਵਾਰੀ ਸਰਕਾਰ ਨੂੰ ਵੀ ਕਿਹਾ ਸੀ ਵੀ ਤੁਹਾਡੀ ਰਜਾਮੰਦੀ ਤੋਂ ਬਗੈਰ, ਤੁਹਾਡੀ ਮੋਹਰ ਲੱਗਣ ਤੋਂ ਬਾਅਦ ਜਦੋਂ ਸਕੂਲ ਖੋਲ੍ਹ ਹੀ ਨਹੀਂ ਸਕਦਾ ਤੇ ਫਿਰ ਇਹਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਏਗੀ। ਕਾਨੂੰਨ ਬਣਾਓ ਤੇ ਹਰ ਸਕੂਲ ਨੂੰ ਕਹੋ ਕਿ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਬਗੈਰ ਕਿਸੇ ਹੋਰ ਬੋਰਡ ਨਾਲ ਐਫੀਲੀਏਟ ਨਹੀਂ ਹੋ ਸਕਦੇ ਤੇ ਤੁਸੀਂ 10ਵੀਂ ਤੱਕ ਪੂਰੀ ਪੰਜਾਬੀ ਪੜ੍ਹਾਉਣ ਤੋਂ ਬਗੈਰ 10ਵੀਂ ਦਾ ਸਰਟੀਫਿਕੇਟ ਪੰਜਾਬ ਦੀ ਧਰਤੀ ਤੋਂ ਨਹੀਂ ਦਿੰਦੇ। ਪ੍ਰੋਫੈਸਰ ਜੀ, ਡਾਕਟਰ ਅਰਵਿੰਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਵਾਸਤੇ। ਸਾਡੇ ਕੋਲ ਸਮਾਂ ਹੁਣ ਜ਼ਿਆਦਾ ਨਹੀਂ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸੰਪਰਕ ਰੱਖਾਂਗੇ ਤੇ ਤੁਹਾਡੇ ਵਿਚਾਰ ਹੋਰ ਵੀ ਲਵਾਂਗੇ। ਹੋਰ ਬਹੁਤ ਸਾਰੇ ਵਿਸ਼ੇ ਹਨ ਜਿਹੜੇ ਤੁਹਾਡਾ ਅਸੀਂ ਵਿਚਾਰਾਂਗੇ। ਅੱਜ ਸਾਨੂੰ ਇੱਥੇ ਆਗਿਆ ਦਿਓ ਜੀ, ਤੁਹਾਤੋਂ ਅਸੀਂ ਵਿਦਾਇਗੀ ਲੈਂਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਨੂੰ ਵੀ ਬਹੁਤ ਖੁਸ਼ੀ ਹੋਈ ਸ਼ਿੰਦਰ ਜੀ ਤੁਹਾਡੇ ਨਾਲ ਗੱਲ ਕਰਕੇ। ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ। ਇਹ ਸਨ ਜੀ ਸਾਡੇ ਬਹੁਤ ਹੀ ਪਿਆਰੇ ਡਾਕਟਰ ਅਰਵਿੰਦ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਨੇ, ਔਰ ਉਹਨਾਂ ਨੇ ਸਾਨੂੰ ਆਪਣੇ ਵਿਚਾਰ ਦੱਸੇ ਨੇ। ਅਸੀਂ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਪਰਕ ਰੱਖਾਂਗੇ ਤੇ ਬਹੁਤ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ। ਪਿਆਰੇ ਦਰਸ਼ਕੋ, ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਰਵਿੰਦ ਜੀ, ਕੁਲਪਤੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕਬਜ਼ਾ ਕੀਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਵੀ ਕਰਾਂਗੇ, ਤਾਂ ਕਿ ਜੋ ਪੰਜਾਬੀ ਦਾ ਵਿਕਾਸ ਹੈ, ਜੋ ਪੰਜਾਬੀ ਦਾ ਪ੍ਰਸਾਰ ਹੈ, ਉਹ ਸਾਰੀ ਦੁਨੀਆ ਦੇ ਵਿੱਚ ਹੋ ਸਕੇ, ਇਹ ਸਾਨੂੰ ਉਮੀਦ ਹੈ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਆਗਿਆ ਦਿਓ ਸ਼ਿੰਦਰਪਾਲ ਸਿੰਘ ਨੂੰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।